ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਅੱਜ ਦੇ ਵਚਨ ਦੇ ਮੰਨਣ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਅਸੀਂ ਅੱਜ ਦੇ ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ, ਆਪ ਦੀ ਇਜ਼ਤ ਕਰਦੇ ਹਾਂ। ਆਪ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਸਾਨੂੰ ਨਾ ਤਾਂ ਕਦੇ ਛੱਡਦੇ ਹੋ, ਨਾ ਕਦੇ ਤਿਆਗਦੇ ਹੋ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦੇ ਹੋ। ਅਸੀਂ ਅੱਜ ਜਦੋਂ ਤੇਰੇ ਵਚਨ ਦਾ ਮੰਨਣ ਕਰ ਰਹੇ ਹਾਂ ਤਾਂ ਇਸ ਦੀਆਂ ਗੂੜ ਭੇਤ ਦੀਆਂ ਗੱਲਾਂ ਨੂੰ ਸਿੱਖਣ ਦੇ ਲਈ ਔਰ ਇਸ ਦੇ ਅਨੁਸਾਰ ਸਾਨੂੰ ਚੱਲਣ ਦੇ ਲਈ ਮਦਦ ਕਰ, ਤਾਂ ਕਿ ਅਸੀਂ ਤੇਰੇ ਸਵਰਗ ਰਾਜ ਵਿੱਚ ਤੇਰੇ ਆਨੰਦ ਨੂੰ ਪਾਉਂਦੇ ਹੋਏ ਤੇਰੇ ਵਿੱਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਤੌਫੀਕ ਦੇ ਕੇ ਆਪਣੇ ਰਾਜ ਦੇ ਵਿੱਚ ਇਸਤੇਮਾਲ ਕਰ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਿਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਦੂਸਰਾ ਕਰੰਥੀਆਂ 5:9 ਦੇ ਵਿੱਚ। ਇੱਥੇ ਲਿਖਿਆ ਹੈ, ਇਸ ਲਈ ਅਸਾਂ ਇਹ ਧਾਰਨਾ ਧਾਰੀ ਹੈ ਕਿ ਅਸੀਂ ਭਾਵੇਂ ਦੇਸ਼ ਭਾਵੇਂ ਪਰਦੇਸ਼ ਵਿੱਚ ਹੋਈਏ ਪਰ ਉਹਨੂੰ ਪਾਉਂਦੇ ਰਹੀਏ। ਅਸੀਂ ਭਾਵੇਂ ਕਿਸੇ ਵੀ ਜਗ੍ਹਾ ਦੇ ਉੱਤੇ ਹੋਈਏ, ਅਸੀਂ ਉਹਨੂੰ ਪਾਉਂਦੇ ਰਹੀਏ। ਮੇਰਾ ਅੱਜ ਦੇ ਵਚਨ ਦਾ ਇਹੋ ਉਦੇਸ਼ ਹੈ ਔਰ ਇਸ ਉਦੇਸ਼ ਦੇ ਨਾਲ ਮੈਂ ਆਪ ਦੇ ਨਾਲ, ਆਪ ਦੇ ਵਿੱਚ ਵਚਨ ਦੇ ਨਾਲ ਗੱਲਾਂ ਕਰਨਾ ਚਾਹੁੰਦਾ ਹਾਂ। ਸਾਡੀ ਸਥਾਨਕ ਮੰਡਲੀ ਦੇ ਵਿੱਚ, ਕਲੀਸਿਆ ਦੇ ਵਿੱਚ ਇੱਕ ਜਵਾਨ ਭੈਣ ਨੇ ਡਾਕਟਰ ਬਣਨ ਦਾ ਫੈਸਲਾ ਲਿਆ ਅਤੇ ਉਸਨੇ ਆਪਣੇ ਵਿੱਚ ਇਹ ਟੀਚਾ ਰੱਖਿਆ ਅਤੇ ਉਸ ਦੇ ਲਈ ਉਹ ਪ੍ਰਾਰਥਨਾ ਵੀ ਕਰਦੀ ਰਹੀ। ਇਹ ਵਾਕਿਆ ਬੜਾ ਹੀ ਪ੍ਰਭਾਵਸ਼ਾਲੀ ਸੀ ਕਿ ਉਸਨੇ ਆਪਣੇ ਆਪ ਨੂੰ ਇਸ ਕੰਮ ਦੇ ਲਈ ਕਿੰਨਾ ਸਮਰਪਿਤ ਕੀਤਾ। ਉਹ ਦਿਨ ਰਾਤ ਪੜ੍ਹਦੀ ਅਤੇ ਸਖਤ ਮਿਹਨਤ ਕਰਦੀ, ਤਿਆਗ ਕਰਦੀ ਅਤੇ ਪੂਰੀ ਤਰ੍ਹਾਂ ਨਾਲ ਅਨੁਸ਼ਾਸਨ ਵਿੱਚ ਰਹਿੰਦੀ ਤੇ ਸੱਟੇ ਵਜੋਂ ਉਹ ਸਹੀ ਚੱਲ ਰਹੀ ਸੀ ਕਿ ਅਸੀਂ ਵੀ ਪ੍ਰਭੂ ਨੂੰ ਭਾਉਂਦੇ ਰਹਿਣ ਦਾ ਸਾਡਾ ਟੀਚਾ ਸਿੱਖਿਆ ਹੈ ਕਿ ਅਸੀਂ ਪ੍ਰਭੂ ਨੂੰ ਭਾਉਂਦੇ ਰਹਿਣ ਦੇ ਲਈ ਇਹ ਯਤਨ ਕਰ ਰਹੇ। ਜਿਸ ਤਰ੍ਹਾਂ ਉਸ ਭੈਣ ਨੇ ਇੱਕ ਯਤਨ ਕੀਤਾ ਕਿ ਮੈਂ ਡਾਕਟਰ ਬਣਨਾ ਹੈ ਅਤੇ ਡਾਕਟਰ ਬਣਨ ਦੇ ਲਈ ਉਹਨੇ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਔਰ ਉਸ ਦੇ ਵਿੱਚ ਉਹ ਸਫਲ ਵੀ ਹੋਈ। ਪਰ ਅੱਜ ਵੀ ਉਸ ਦੇ ਵਿੱਚ ਇਹੋ ਗੱਲ ਹੈ ਕਿ ਭਾਵੇਂ ਮੈਂ ਕੁਝ ਵੀ ਕਰਾਂ, ਕਿਤੇ ਵੀ ਹੋਵਾਂ, ਮੈਂ ਆਪਣੇ ਪ੍ਰਭੂ ਨੂੰ ਭਾਉਂਦੀ ਰਹਾਂ। ਪੌਲਸ ਰਸੂਲ ਦੂਸਰਾ ਕਰੰਥੀਆਂ ਦੇ ਵਿਸ਼ਵਾਸੀਆਂ ਨੂੰ ਇਹੋ ਲਿਖ ਰਿਹਾ ਹੈ ਕਿ ਭਾਵੇਂ ਅਸੀਂ ਕਿਤੇ ਵੀ ਹੋਈਏ, ਦੇਸ਼ ਹੋਈਏ, ਪ੍ਰਦੇਸ਼ ਹੋਈਏ, ਪਰ ਅਸੀਂ ਪ੍ਰਭੂ ਨੂੰ ਭਾਉਂਦੇ ਰਹੀਏ। ਚਾਹੇ ਕਿਸ ਵੀ ਹਾਲਾਤ ਦੇ ਵਿੱਚ ਹੋਈਏ, ਭਾਵੇਂ ਅਸੀਂ ਜੌਬ ਦੇ ਖੇਤਰ ਦੇ ਵਿੱਚ ਹੋਈਏ, ਮਜ਼ਦੂਰੀ ਦੇ ਖੇਤਰ ਦੇ ਵਿੱਚ ਹੋਈਏ, ਕਿਸੇ ਵੀ ਖੇਤਰ ਦੇ ਵਿੱਚ ਹੋਈਏ, ਅਸੀਂ ਆਪਣੇ ਪ੍ਰਭੂ ਨੂੰ ਭਾਉਂਦੇ ਰਹੀਏ। ਚਾਹੇ ਖਾਣ ਪਿਲਾਉਣ ਦੀ ਸੇਵਾ ਹੈ, ਚਾਹੇ ਕਿਸੇ ਦੀ ਮਦਦ ਕਰਨ ਦੀ ਸੇਵਾ ਹੈ, ਚਾਹੇ ਕਿਸੇ ਤਰ੍ਹਾਂ ਦੀ ਸੇਵਾ ਹੈ, ਅਸੀਂ ਉਹਦੇ ਵਿੱਚ ਆਪਣੇ ਪ੍ਰਭੂ ਨੂੰ ਭਾਉਂਦੇ ਰਹੀਏ। ਜਦ ਗੋਲੀਅਤ ਨੂੰ ਦਾਊਦ ਨੇ ਮਾਰਨਾ ਸੀ ਤਾਂ ਅਸੀਂ ਕੀ ਦੇਖਦੇ ਹਾਂ ਕਿ ਦਾਊਦ ਗੋਲੀਅਤ ਦੇ ਵਿਰੋਧ ਵਿੱਚ ਆਇਆ ਅਤੇ ਯਕੀਨਨ ਉਹ ਪਰਮੇਸ਼ਰ ਦੀ ਸਮਰੱਥ ਨਾਲ ਉਸ ਦੇ ਨਾਲ ਲੜਨ ਨੂੰ ਗਿਆ। ਉਸ ਨੇ ਸਿੱਧਾ ਗੋਲੀਅਤ ਦੇ ਸਿਰ ਦੇ ਨੰਗੇ ਹਿੱਸੇ ਉੱਤੇ ਮਾਰਨ ਨੂੰ ਸਥਾਨ ਚੁਣਿਆ। ਇਹ ਤੈਅ ਨਹੀਂ ਸੀ, ਇਹ ਨਿਯੁਕਤ ਨਹੀਂ ਸੀ, ਪਰ ਉਹਨੇ ਕੀ ਕੀਤਾ ਹੈ, ਦਾਊਦ ਐਵੇਂ ਹੀ ਆਪਣੇ ਗੋਫਨ ਨੂੰ ਘੁਮਾਉਂਦਾ ਨਹੀਂ ਰਿਹਾ। ਉਹਨੇ ਪਰਮੇਸ਼ਰ ਦੀ ਸਮਰੱਥ ਦੇ ਨਾਲ ਉਹਨੇ ਕਿਹਾ, ਅੱਜ ਮੇਰਾ ਪਰਮੇਸ਼ਰ ਜਿਹਦੀ ਅਸੀਂ ਉਪਾਸਨਾ ਕਰਦੇ ਹਾਂ, ਜਿਹਦੀ ਅਸੀਂ ਭਗਤੀ ਕਰਦੇ ਹਾਂ, ਉਹ ਅੱਜ ਤੈਨੂੰ ਸਾਡੇ ਹੱਥਾਂ ਵਿੱਚ ਦੇ ਦੇਵੇਗਾ। ਅੱਜ ਉਹ ਆਪਣਾ ਤੇਰੇ ਸਿਰ ਨੂੰ ਮੇਰੇ ਹੱਥ ਵਿੱਚ ਦੇ ਦੇਵੇਗਾ। ਕਿੰਨੀ ਵੱਡੀ ਗੱਲ ਹੈ। ਭਾਵੇਂ ਦਾਊਦ ਭੇਡਾਂ ਬੱਕਰੀਆਂ ਚਾਰਦਾ ਸੀ, ਭਾਵੇਂ ਆਪਣੇ ਭਰਾ ਦੇ ਲਈ ਰੋਟੀ ਲੈ ਕੇ ਗਿਆ ਸੀ, ਭਾਵੇਂ ਉਹ ਰਣ ਦੇ ਮੈਦਾਨ ਦੇ ਵਿੱਚ ਸੀ, ਭਾਵੇਂ ਉਹ ਰਾਜਾ ਸ਼ਾਉਲ ਦੇ ਸਾਹਮਣੇ ਗਿਆ, ਪਰ ਉਹ ਹਰ ਇੱਕ ਗੱਲ ਦੇ ਵਿੱਚ ਆਪਣੇ ਪ੍ਰਭੂ ਨੂੰ ਉੱਚਾ ਕਰਦਾ ਗਿਆ, ਮਤਲਬ ਉਹਨੂੰ ਭਾਉਂਦਾ ਗਿਆ। ਕਿ ਸਾਡੇ ਵਿੱਚ ਇਸ ਤਰ੍ਹਾਂ ਹੈ। ਦਾਊਦ ਨੇ ਜਦੋਂ ਗੋਫਨ ਘੁਮਾਇਆ, ਇਹ ਨਹੀਂ ਕਿਹਾ ਸੀ ਕਿ ਮੈਂ ਉੱਥੇ ਨਿਸ਼ਾਨਾ, ਉਹਨੇ ਇਹ ਆਪਣਾ ਗੋਫਨ ਕਰਕੇ ਘੁਮਾਇਆ ਕਿ ਅੱਜ ਮੇਰਾ ਪਰਮੇਸ਼ਰ
ਤੈਨੂੰ ਮੇਰੇ ਹੱਥ ਵਿੱਚ ਕਰ ਦੇਵੇ। ਕਿੰਨਾ ਵੱਡਾ ਭੇਦ ਔਰ ਕਿੰਨਾ ਵੱਡਾ ਪਰਮੇਸ਼ਵਰ ਦੇ ਉੱਤੇ ਅਟੁੱਟ ਵਿਸ਼ਵਾਸ ਬੋਲੀਅਤ ਵਿੱਚ ਸੀ। ਇਸੇ ਲਈ ਪਰਮੇਸ਼ਵਰ ਨੂੰ ਪਾਇਆ ਕਿ ਅਸੀਂ ਇਸ ਤਰ੍ਹਾਂ ਪਾਉਣ ਦਾ ਕੰਮ ਕਰਦੇ ਹਾਂ, ਕਿ ਇਸ ਤਰ੍ਹਾਂ ਸਾਡੇ ਵਿੱਚ ਯੋਗਤਾ ਹੈ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਲਈ ਹਰ ਇੱਕ ਕੰਮ ਨੂੰ ਜਿੱਤਣ ਦੇ ਲਈ ਜਿਸ ਤਰ੍ਹਾਂ ਦਾ ਵੀ ਅਸੀਂ ਯਤਨ ਕਰ ਰਹੇ ਹਾਂ, ਪਰ ਉਸ ਵਿੱਚ ਪਰਮੇਸ਼ਵਰ ਦੀ ਕਿਰਪਾ ਸਾਡੇ ਨਾਲ ਹੈ। ਜਿਸ ਤਰ੍ਹਾਂ ਪੌਲਸ ਬਿਮਾਰ ਸੀ, ਡਿੱਗਿਆ ਹੋਇਆ ਸੀ, ਇਸੇ 12 ਅਧਿਆਏ ਦੇ ਵਿੱਚ ਉਹਨੇ ਕਿਹਾ ਮੈਂ 3 ਵਾਰ ਪ੍ਰਾਰਥਨਾ ਕੀਤੀ, ਪਰ ਤੀਸਰੀ ਵਾਰ ਮੇਰੇ ਕੋਲ ਇਹੋ ਉੱਤਰ ਆਇਆ, ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ। ਚਾਹੇ ਅਸੀਂ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਕਿ ਅਸੀਂ ਆਪਣੇ ਪਰਮੇਸ਼ਵਰ ਨੂੰ ਪਾ ਰਹੇ ਹਾਂ, ਕਿ ਅਸੀਂ ਆਪਣੇ ਪਰਮੇਸ਼ਵਰ ਦੇ ਲਈ ਪਾਉਣ ਦਾ ਕੰਮ ਕਰ ਰਹੇ ਹਾਂ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਵਰ ਇੱਥੇ ਨਹੀਂ ਰੋਕਦਾ ਹੈਗਾ। ਅਸੀਂ ਫਿਰ ਯੂਸਫ ਦੀਆਂ ਕੁਝ ਗਲਤ ਕਰਨ ਲਈ ਕਿਹਾ ਗਿਆ ਸੀ। ਉਹ ਟਿੱਚਾ ਪਰਮੇਸ਼ਵਰ ਨੂੰ ਭਾਉਂਦੇ ਰਹਿਣਾ ਸੀ। ਉਹ ਪਾਪਮਈ ਮੌਕੇ ਤੋਂ ਭੱਜ ਗਿਆ, ਮੌਕੇ ਤੋਂ ਭੱਜ ਗਿਆ, ਉੱਥੇ ਰੁਕਿਆ ਨਹੀਂ। ਇਸ ਲਈ ਕਿ ਉਹ ਪਰਮੇਸ਼ਵਰ ਨੂੰ ਪਾਉਂਦਾ ਰਹੇ। ਜਦ ਦਾਨੀਅਲ ਰਾਜੇ ਦੇ ਮਹਿਲ ਵਿੱਚ ਸੀ ਤੇ ਉਸ ਰਾਜੇ ਦੀ ਮੇਜ਼ ਦੇ ਹਰ ਪ੍ਰਕਾਰ ਦੇ ਭੋਜਨ ਦੀ ਪੇਸ਼ਕਾਸ਼ ਉਸ ਨੂੰ ਕੀਤੀ ਗਈ। ਜਦੋਂ ਅਸੀਂ ਪਹਿਲਾ ਅਧਿਆਇ ਪੜ੍ਹਦੇ ਹਾਂ, ਉਹਨੂੰ ਕਾਹਦੇ ਲਈ ਕਿ ਉਹ ਬੁੱਧ ਵਿੱਚ ਪ੍ਰਵੀਨ ਹੋ ਸਕਣ, ਤਗੜੇ ਹੋ ਸਕਣ, ਯੁੱਧ ਦੇ ਵਿੱਚ ਕੌਸ਼ਲ ਹੋ ਸਕਣ। ਇਸ ਕੰਮ ਦੇ ਲਈ ਉਹਨਾਂ ਦਾ ਚੁਣਾਵ ਕੀਤਾ ਗਿਆ ਸੀ, ਦਾਨੀਅਲ, ਸ਼ਦਰਕ, ਮੇਸ਼ਕ, ਅਬੇਦਨਗੋ ਦਾ। ਪਰ ਜਦੋਂ ਉੱਥੇ ਭੋਜਨ ਦੀ ਗੱਲ ਆਈ ਤਾਂ ਦਾਨੀਅਲ ਨੇ 1% ਵੀ ਉਹਨਾਂ ਦੇ ਭੋਜਨ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ, ਬਲਕਿ ਉਹ ਆਪਣਾ ਕੀਤਾ ਜੋ ਪਰਮੇਸ਼ਵਰ ਨੂੰ ਭਾਉਂਦਾ ਹੋਵੇ। ਉਸ ਨੇ ਕਿਹਾ ਮੈਨੂੰ ਸਾਦੀ ਦਾਲ ਅਤੇ ਸਾਦੀ ਰੋਟੀ ਤੁਸੀਂ ਖਿਲਾ ਦੇਣਾ ਅਤੇ 10 ਦਿਨ ਬਾਅਦ ਪਰਖਣਾ ਕਿ ਮੇਰੇ ਵਿੱਚ ਕਮਜ਼ੋਰੀ ਹੈ ਜਾਂ ਨਹੀਂ, ਮੈਂ ਉਸੇ ਤਰ੍ਹਾਂ ਅੱਗੇ ਵਧ ਰਿਹਾ ਜਾਂ ਨਹੀਂ। ਜੇ ਵਧ ਰਿਹਾ ਹਾਂ ਤਾਂ ਤੁਸੀਂ ਮੈਨੂੰ ਜੋ ਮੈਂ ਆਪਣੇ ਪਰਮੇਸ਼ਵਰ ਦੇ ਲਈ ਧਾਰਿਆ ਹੋਇਆ ਹੈ ਉਹੀ ਮੈਨੂੰ ਦੇਣਾ। ਉਹ ਆਪਣੇ ਪਰਮੇਸ਼ਵਰ ਦੇ ਲਈ ਉਸੇ ਭੋਜਨ ਦੇ ਵਿੱਚ, ਸਾਦੇ ਭੋਜਨ ਦੇ ਵਿੱਚ ਉਸ ਨੂੰ ਆਪਣੇ ਆਪ ਦੇ ਵਿੱਚ ਅੱਛਾ ਰੱਖਣਾ ਚਾਹਿਆ। ਪਰਮੇਸ਼ਵਰ ਦੀ ਪ੍ਰਗਟ ਇੱਛਾ ਦੀ ਉਲੰਘਣਾ ਨਾ ਕੀਤੀ। ਯੂਸਫ ਅਤੇ ਦਾਨੀਅਲ ਦੋਨੋਂ ਗਲਤ ਵਿਵਹਾਰ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਬਹਾਨੇ ਬਣਾ ਸਕਦੇ ਸਨ, ਪਰ ਉਹਨਾਂ ਨੇ ਨਹੀਂ ਕੀਤਾ। ਤਦ ਸਾਡੇ ਬਾਰੇ ਕੀ ਕਿ ਅਸੀਂ ਵੀ ਇਸ ਤਰ੍ਹਾਂ ਆਪਣੇ ਟੀਚੇ ਨੂੰ ਮੰਨਦੇ ਹਾਂ ਕਿ ਸਾਡਾ ਟੀਚਾ ਵੀ ਇਹੋ ਹੈ। ਅਸੀਂ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਕਰੀਏ ਕਿ ਪਰਮੇਸ਼ਵਰ ਭਾਵੇਂ ਜਿਸ ਵੀ ਹਾਲਾਤ ਵਿੱਚ ਅਸੀਂ ਚੱਲ ਰਹੇ ਹਾਂ, ਜਿਹੋ ਜਿਹੇ ਵੀ ਆਪਣਾ ਸਾਡੇ ਖੇਤਰ ਹੈ, ਕਿਹੋ ਜਿਹਾ ਵੀ ਸਾਡਾ ਏਰੀਆ ਹੈ, ਚਾਹੇ ਅਸੀਂ ਦੇਸ਼ ਵਿੱਚ ਰਹਿੰਦੇ ਹਾਂ, ਚਾਹੇ ਅਸੀਂ ਪ੍ਰਦੇਸ਼ ਵਿੱਚ ਰਹਿੰਦੇ ਹਾਂ, ਪਰਮੇਸ਼ਵਰ ਹਰ ਇੱਕ ਕੰਮ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਤੇਰੀ ਹੀ ਇੱਛਾ ਨਿਕਲੇ ਔਰ ਤੈਨੂੰ ਹੀ ਇਹ ਮਨ ਪਾਵੇ ਕਿ ਅਸੀਂ ਇਸ ਤਰ੍ਹਾਂ ਦੀ ਸੋਚ ਰੱਖ ਕੇ ਚੱਲਦੇ ਹਾਂ। ਮੈਂ ਕੁਝ ਗੱਲਾਂ ਆਪ ਦੇ ਨਾਲ ਕਰਨਾ ਚਾਹੁੰਦਾ ਹਾਂ। ਰੋਮੀਆਂ ਦੀ ਪੁਸਤਕ ਉਸ ਦਾ 14 ਅਧਿਆਇ ਉਸ ਦੀ 18 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਜਿੱਥੇ ਪੌਲਸ ਰਸੂਲ ਰੋਮ ਦੀ ਕਲੀਸਿਆ ਦੇ ਵਿੱਚ ਇਸ ਤਰ੍ਹਾਂ ਕਹਿੰਦਾ ਹੈ ਅਤੇ ਜਿਹੜਾ ਇਸ ਵਿਧ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਤਾਂ ਪਰਮੇਸ਼ਵਰ ਨੂੰ ਪਾਉਂਦਾ ਅਤੇ ਮਨੁੱਖਾਂ ਨੂੰ ਪ੍ਰਵਾਨ ਹੁੰਦਾ ਹੈ। ਇਹਦਾ ਮਤਲਬ ਇੱਥੇ ਦਾਊਦ ਖਾਣੇ ਦੀ ਗੱਲ ਕਰ ਰਿਹਾ। ਕਹਿੰਦਾ ਜੇ ਮੇਰੇ ਖਾਣ ਦੇ ਨਾਲ ਮੇਰੇ ਕਿਸੇ ਸਾਥੀ ਨੂੰ, ਕਿਸੇ ਆਪਣਾ ਦੋਸਤ ਨੂੰ ਅਗਰ ਠੋਕਰ ਲੱਗਦੀ ਹੈ ਤਾਂ ਮੈਂ ਖਾਣਾ ਹੀ ਛੱਡ ਦੇਵਾਂਗਾ। ਕਿਉਂਕਿ ਮੇਰੇ ਪਰਮੇਸ਼ਵਰ ਦੇ ਵਚਨ ਦੇ ਰਾਹੀਂ, ਮੇਰੇ ਜੀਵਨ ਦੇ ਰਾਹੀਂ ਉਹ ਵਿਅਕਤੀ ਬਚਾਇਆ ਜਾਣਾ ਚਾਹੀਦਾ, ਬਲਕਿ ਨਾਸ਼ ਨਹੀਂ ਹੋਣਾ ਚਾਹੀਦਾ। ਇਹ ਪਰਮੇਸ਼ਵਰ ਨੂੰ ਪਾਉਂਦਾ ਹੈ ਤੇ ਮਨੁੱਖਾਂ ਨੂੰ ਵੀ ਪਾਉਂਦਾ ਹੈ। ਪਹਿਲੀ ਗੱਲ ਇੱਥੇ ਹੋਈ। ਦੂਸਰੀ ਗੱਲ, ਜਦੋਂ ਅਸੀਂ ਕਲੋਸੀਆਂ ਦੀ ਪੁਸਤਕ ਉਸ ਦਾ 1:10 ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਪਰਮੇਸ਼ਵਰ ਇਸ ਤਰ੍ਹਾਂ ਪੌਲਸ ਰਸੂਲ ਦੇ ਰਾਹੀਂ ਪ੍ਰਗਟ ਕਰਦਾ ਹੈ। ਇੱਥੇ 1:10 ਦੇ ਵਿੱਚ ਕਹਿੰਦਾ ਹੈ ਤਾਂ ਜੋ ਤੁਸੀਂ ਅਜਿਹੀ ਯੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ਵਰ ਦੀ ਪਛਾਣ ਵਿੱਚ ਵਧਦੇ ਰਹੋ। ਇਹਦਾ ਮਤਲਬ ਪਰਮੇਸ਼ਵਰ ਦੀ ਪਛਾਣ ਵਿੱਚ ਵਧਣਾ ਪਰਮੇਸ਼ਵਰ ਨੂੰ ਭਾਉਂਦਾ ਹੈ। ਅਸੀਂ ਆਪਣੀ ਚਾਲ ਨਹੀਂ ਚੱਲਣੀ ਹੈ।
ਸਾਡੀ ਚਾਲ ਧੋਖੇ ਦੀ ਹੈ, ਸਾਡਾ ਦੇਖਣਾ ਧੋਖੇ ਦਾ, ਸਾਡਾ ਬੋਲਣਾ ਧੋਖੇ ਦਾ, ਸਾਡਾ ਸੁਣਨਾ ਧੋਖੇ ਦਾ। ਪਰ ਜੇ ਮੇਰੇ ਵਿੱਚ ਪ੍ਰਭੂ ਯਿਸੂ ਮਸੀਹ ਜ਼ਿੰਦਾ ਹੈ, ਮੈਂ ਮਸੀਹ ਯਿਸੂ ਦੀ ਚਾਲ ਦੇ ਵਿੱਚ ਚੱਲਦਾ ਹਾਂ, ਜਿਸ ਤਰ੍ਹਾਂ ਉਹ ਸ਼ੁੱਧ ਚਾਲ ਚੱਲਿਆ, ਜਿਸ ਤਰ੍ਹਾਂ ਉਹ ਪਵਿੱਤਰ ਬੋਲ ਬੋਲਿਆ, ਜਿਸ ਤਰ੍ਹਾਂ ਉਹਨੇ ਪਵਿੱਤਰ ਬਾਣੀ ਨੂੰ, ਪਵਿੱਤਰ ਆਪਣਾ ਸ਼ਬਦਾਂ ਨੂੰ ਸੁਣਿਆ, ਉਸੇ ਤਰ੍ਹਾਂ ਜੇ ਮੇਰੇ ਵਿੱਚ ਹੋਵੇ ਤਾਂ ਪਰਮੇਸ਼ਰ ਨੂੰ ਇਹ ਪਾਉਂਦਾ। ਇਹਦਾ ਮਤਲਬ ਪਰਮੇਸ਼ਰ ਦੀ ਚਾਲ ਦੀ ਪਛਾਣ ਦੇ ਵਿੱਚ ਜੇ ਵੱਧਦੇ ਜਾਈਏ ਤਾਂ ਇਹ ਪਰਮੇਸ਼ਰ ਨੂੰ ਪਾਉਂਦਾ ਹੈ। ਦੂਸਰੀ ਗੱਲ, ਤੀਸਰੀ ਗੱਲ, ਪਹਿਲਾ ਥੈਸਲੋਨੀਆ ਕਿ ਜਦੋਂ ਅਸੀਂ ਉਹਦੀ 4:1 ਪੜ੍ਹਦੇ ਹਾਂ ਤਾਂ ਇੱਥੇ ਲਿਖਿਆ ਹੈ, ਮੁੱਕਦੀ ਗੱਲ ਹੈ ਭਰਾਵੋ, ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਅਤੇ ਤੁਹਾਡੇ ਅੱਗੇ ਤਕੀਦ ਕਰਦੇ ਹਾਂ, ਜਿਵੇਂ ਤੁਸੀਂ ਸਾਥੋਂ ਸਿੱਖਿਆ ਭਾਈ ਕਿੱਕਰ ਚੱਲਣਾ ਅਤੇ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਚਾਹੀਦਾ, ਜਿਵੇਂ ਤੁਸੀਂ ਚੱਲਦੇ ਵੀ ਹੋ ਸੋ ਇਸ ਵਿੱਚ ਹੋਰ ਵੀ ਵੱਧਦੇ ਚਲੇ ਜਾਓ। ਇਹਦਾ ਮਤਲਬ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਅਤੇ ਕਿਵੇਂ ਅਸੀਂ ਉਸ ਵਿੱਚ ਚੱਲਣਾ ਹੈ, ਇਹ ਪਰਮੇਸ਼ਰ ਨੂੰ ਪਾਉਂਦਾ ਹੈ। ਜਿਸ ਤਰ੍ਹਾਂ ਇੱਕ ਵਿਆਹੀ ਹੋਈ ਪਤਨੀ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਮੇਰਾ ਪਤੀ ਅੱਜ ਘਰ ਆ ਰਿਹਾ ਹੈ, ਮੇਰਾ ਪਤੀ ਅੱਜ ਮੈਨੂੰ ਮਿਲਣ ਦੇ ਲਈ ਆ ਰਿਹਾ ਹੈ, ਉਹ ਉਸ ਦੀ ਖੁਸ਼ੀ ਦੇ ਨਿਮਿਤ ਉਹੀ ਚੀਜ਼ਾਂ ਉਸ ਨੂੰ ਬਣਾ ਕੇ ਮੋਹਰੇ ਰੱਖਦੀ ਹੈ ਜਿਸ ਤੋਂ ਪ੍ਰਸੰਨ ਹੁੰਦਾ। ਕਿ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਉਸ ਨੂੰ ਜੋ ਪਾਉਂਦਾ ਹੈ ਇਸ ਤਰ੍ਹਾਂ ਰੱਖਣ ਦੇ ਲਈ ਆਪਣੇ ਜੀਵਨ ਨੂੰ ਸਮਰਪਿਤ ਕੀਤਾ ਹੈ, ਜਾਂ ਕਰ ਰਹੇ ਹਾਂ ਜਾਂ ਉਸ ਵਿੱਚ ਚੱਲ ਰਹੇ ਹਾਂ। ਜਿਸ ਤਰ੍ਹਾਂ ਕਰ ਰਹੇ ਹਾਂ ਤਾਂ ਪਰਮੇਸ਼ਰ ਦੀ ਆਸ਼ੀਸ਼ ਅਤੇ ਪਰਮੇਸ਼ਰ ਦੀ ਪ੍ਰਤਿਗਿਆ, ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋਗੇ, ਇਹ ਪੂਰੀ ਹੋ। ਅੰਤਿਮ ਗੱਲ ਦੇ ਵਿੱਚ, ਜਿਸ ਤਰ੍ਹਾਂ ਇਸਰਾਇਲ ਬਹੁਤ ਬੜੇ ਉਜਾੜ ਵਿੱਚ ਘੁੰਮਦਾ ਰਿਹਾ, ਸਾਡੇ ਵਿੱਚੋਂ ਕਿੰਨੇ ਜਣੇ ਉਵੇਂ ਹੀ ਕਰ ਰਹੇ ਹਨ, ਉਜਾੜ 'ਚ ਹੀ ਘੁੰਮ ਰਹੇ ਹਨ, ਪਰ ਉਹਨਾਂ ਨੂੰ ਰਸਤਾ ਜੋ ਪਰਮੇਸ਼ਰ ਨੇ ਦੱਸਿਆ ਉਹ ਅਪਣਾਉਣਾ ਨਹੀਂ ਚਾਹੁੰਦੇ। ਪਰਮੇਸ਼ਰ ਨੇ ਕਿਹਾ ਇਸ ਰਸਤੇ ਨਹੀਂ ਅਸੀਂ ਘੁੰਮ ਕੇ ਜਾਣਾ ਚਾਹੁੰਦੇ। ਅਸੀਂ ਸਭਾ ਲਈ ਜਾਂਦੇ ਹਾਂ, ਅਸੀਂ ਆਪਣੀ ਬਾਈਬਲ ਪੜ੍ਹਦੇ ਹਾਂ, ਆਪਣੀਆਂ ਅਰਦਾਸਾਂ ਕਰਦੇ ਹਾਂ, ਪਰ ਕੀ ਅਸੀਂ ਪ੍ਰਭੂ ਨੂੰ ਮਿਲਣ ਲਈ ਜਾਂਦੇ ਹਾਂ? ਹਾਂ, ਅਸੀਂ ਬਾਈਬਲ ਪੜ੍ਹਨ ਜਾ ਰਹੇ ਹਾਂ, ਅਸੀਂ ਚਰਚ ਜਾ ਰਹੇ ਹਾਂ। ਸਾਡਾ ਉਦੇਸ਼ ਕੀ ਹੈ ਸਾਡੇ ਜੀਵਨ 'ਚ? ਇਸ ਗੱਲ ਦਾ ਮੈਂ ਅਕਸਰ ਆਪਣੇ ਲੋਕਾਂ ਨੂੰ ਕਹਿੰਦਾ ਹੁੰਦਾ ਹਾਂ, ਤੁਸੀਂ ਚਰਚ 'ਚ ਮੇਰੇ ਲਈ ਨਹੀਂ ਆਉਣਾ ਹੈ, ਤੁਸੀਂ ਚਰਚ 'ਚ ਕਿਸੇ ਭਾਈ ਭੈਣ ਨੂੰ ਮਿਲਣ ਲਈ ਨਹੀਂ ਆਉਣਾ ਹੈ, ਤੁਸੀਂ ਚਰਚ ਵਿੱਚ ਆਉਣਾ ਹੈ ਤਾਂ ਪ੍ਰਭੂ ਨੂੰ ਮਿਲਣ ਦੇ ਲਈ ਆਉਣਾ ਹੈ, ਪ੍ਰਭੂ ਦੇ ਮਹਿਮਾ ਦੇ ਗੀਤ ਗਾਉਣ ਦੇ ਲਈ ਆਉਣਾ ਹੈ, ਪ੍ਰਭੂ ਨੂੰ ਧੰਨਵਾਦ ਦੇਣ ਦੇ ਲਈ ਆਉਣਾ, ਪ੍ਰਭੂ ਨੂੰ ਜੋ ਪਾਉਂਦਾ ਹੈ ਉਹ ਪ੍ਰਗਟ ਕਰਨ ਦੇ ਲਈ ਆਉਣਾ ਹੈ। ਤਾਂ ਪਰਮੇਸ਼ਰ ਤੁਹਾਡੇ ਤੋਂ ਪ੍ਰਸੰਨ ਹੋਵੇਗਾ। ਕੀ ਅਸੀਂ ਇਸ ਤਰ੍ਹਾਂ ਕਰ ਰਹੇ? ਅੱਜ ਵਚਨ ਕਿੱਦਾਂ ਦਾ ਹੋਊਗਾ? ਕਈ ਲੋਕ ਇਹ ਸੋਚਦੇ, ਕਈ ਲੋਕ ਸੋਚਦੇ ਅੱਜ ਜੇ ਇਦਾਂ ਹੋਇਆ ਤਾਂ ਮੈਂ ਇਦਾਂ ਕਰੂੰਗਾ। ਕਈ ਲੋਕ ਇਹ ਸੋਚਦੇ ਮੈਂ ਅੱਜ ਕਲੀਸਿਆ ਦੀ ਅਗਵਾਈ ਇਸ ਤਰੀਕੇ ਨਾਲ ਕਰੂੰਗਾ। ਬਟ ਪਰਮੇਸ਼ਰ ਦੇ ਲਈ ਕੀ ਹੈ? ਅਸੀਂ ਪਰਮੇਸ਼ਰ ਦੇ ਲਈ ਕੀ ਸੋਚ ਰਹੇ? ਸਾਡੀ ਸੋਚ ਪਰਮੇਸ਼ਰ ਦੇ ਲਈ ਕੀ ਹੈ? ਕੀ ਅਸੀਂ ਵਚਨ ਨੂੰ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਪਰਮੇਸ਼ਰ ਤੂੰ ਮੇਰੇ ਨਾਲ ਗੱਲ ਕਰ? ਕਿ ਅਸੀਂ ਆਰਾਧਨਾ ਦੇ ਵਿੱਚ ਆਗਿਆਕਾਰੀਤਾ ਦੇ ਨਾਲ ਉਹਦੀ ਆਵਾਜ਼ ਸੁਣਨ ਨੂੰ ਜਾਂਦੇ ਹਾਂ? ਇਸ ਨੂੰ ਆਪਣਾ ਟੀਚਾ ਬਣਾਉਣ ਦੇ ਲਈ ਸਾਨੂੰ ਜ਼ਰੂਰਤ ਹੈ, ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਕਰੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਪ੍ਰਭੂ ਨੂੰ ਸਾਡਾ ਜੀਵਨ ਪਾਵੇਗਾ ਅਤੇ ਆਪਣੀ ਬਲੈਸਿੰਗ ਸਾਡੇ ਜੀਵਨ ਦੇ ਵਿੱਚ ਦੇਵੇਗਾ। ਜੇ ਮੈਂ ਬਚ ਚੁੱਕਾ ਹਾਂ ਤਾਂ ਮੇਰੇ ਵਿੱਚ ਪ੍ਰਭੂ ਦਾ ਇਹ ਸੁਭਾਅ ਹੋਣਾ ਚਾਹੀਦਾ, ਮੈਂ ਬਚ ਗਿਆ ਤਾਂ ਦੂਸਰੇ ਵੀ ਬਚਣ। ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਪਾਪੀਆਂ ਨੂੰ ਬਚਾਉਣ ਆਇਆ। ਕਿ ਮੇਰੇ ਸੁਭਾਅ ਦੇ ਵਿੱਚ ਇਹ ਹੈ ਕਿ ਮੈਂ ਬਚ ਗਿਆ, ਇਸੇ ਤਰ੍ਹਾਂ ਮੇਰੇ ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਸਭ ਬਚਣ? ਕੀ ਸਾਡੇ ਵਿੱਚ ਇਸ ਤਰ੍ਹਾਂ ਦਾ ਟੀਚਾ ਹੈ? ਇਹ ਪਰਮੇਸ਼ਰ ਦੀ ਇੱਛਾ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਕੋਈ ਨਾਸ਼ ਨਾ ਹੋਵੇ ਬਲਕਿ ਸਭੇ ਬਚਾਏ ਜਾਣ। ਹਿਜ਼ਕੀਏਲ ਦੀ ਪੁਸਤਕ 18 ਅਧਿਆਇ ਉਸ ਦੀ ਆਪਣਾ 32 ਆਇਤ ਦੇ ਵਿੱਚ ਲਿਖਿਆ, ਪਰਮੇਸ਼ਰ ਕਿਸੇ ਦੇ ਮਰਨ ਤੋਂ ਖੁਸ਼ ਨਹੀਂ, ਉਹ ਚਾਹੁੰਦਾ ਹੈ ਕਿ ਸਭੇ ਮੁੜਨ ਅਤੇ ਜਿਉਂਦੇ ਰਹਿਣ। ਇਹ ਪਰਮੇਸ਼ਰ ਦੀ ਇੱਛਾ ਹੈ। ਕੀ ਇਹ ਟੀਚਾ ਮੇਰੇ ਵਿੱਚ ਹੈ? ਜੇ ਟੀਚਾ ਮੇਰੇ ਵਿੱਚ ਹੈ, ਇਹ ਗੱਲ ਮੇਰੇ ਵਿੱਚ ਹੈ, ਤਾਂ ਮੈਂ ਪਰਮੇਸ਼ਰ ਨੂੰ ਪਾਉਂਦਾ ਹਾਂ। ਮੈਂ ਪਰਮੇਸ਼ਰ ਨੂੰ ਪਾਉਣ ਵਾਲੇ ਕੰਮ ਕਰ ਰਿਹਾ ਹਾਂ।
ਜੇ ਮੈਂ ਇਸ ਤਰ੍ਹਾਂ ਨਹੀਂ ਕਰ ਰਿਹਾ ਤਾਂ ਮੈਂ ਪਰਮੇਸ਼ਰ ਨੂੰ ਪਾ ਨਹੀਂ ਰਿਹਾ। ਪਿਆਰੇ ਅਜ਼ੀਜ਼, ਅਸੀਂ ਪਰਮੇਸ਼ਰ ਦੇ ਵਚਨ ਦੀਆਂ ਹਦਾਇਤਾਂ ਨੂੰ ਸਿੱਧੇ ਰੂਪ ਵਿੱਚ ਮਕਸਦ ਨਾਲ ਲਾਗੂ ਕਰੀਏ, ਨਾ ਕਿ ਇਸ ਤੂਫਾਨ, ਨਾ ਅਚਾਨਕ ਜਾਂ ਫਿਰ ਕਿਸੇ ਰੀਤ ਅਨੁਸਾਰ ਸਹੂਲਤ ਵਜੋਂ, ਫਿਰ ਜਿਸ ਦੀ ਅਸੀਂ ਆਸ ਰੱਖਦੇ ਹਾਂ ਉਸ ਤਰ੍ਹਾਂ, ਪਰ ਉਸ ਦਿਲ ਨਾਲ ਜੋ ਪ੍ਰਭੂ ਜਿਸ ਉੱਤੇ ਟਿਕਿਆ ਹੋਵੇ, ਜੋ ਪ੍ਰਭੂ ਨੂੰ ਭਾਉਂਦਾ ਹੋਵੇ ਉਸ ਤਰ੍ਹਾਂ ਕਰੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਪਰਮੇਸ਼ਵਰ ਦੀ ਆਸ਼ੀਸ਼ ਦਾ ਹੱਥ ਮੇਰੇ ਉੱਤੇ ਰਹਿੰਦਾ ਹੈ। ਕਿਸੇ ਕਲੀਸਿਆ ਨੂੰ ਜ਼ਰੂਰਤ ਹੈ ਤੁਹਾਡੀ, ਕਿਸੇ ਕਲੀਸਿਆ ਦੇ ਭਾਈ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ। ਜੇ ਤੁਸੀਂ ਉਹਦੀ ਮਦਦ ਕਰਦੇ ਹੋ, ਜੇ ਤੁਸੀਂ ਬਿਨਾਂ ਪੁੱਛੇ ਉਹਦੀ ਸਹਾਇਤਾ ਕਰਦੇ ਹੋ, ਤਾਂ ਇਹ ਪਰਮੇਸ਼ਰ ਨੂੰ ਭਾਉਂਦਾ ਹੀ। ਯਾਦ ਰੱਖਣਾ, ਉਸ ਸਾਮਰੀ ਨੇ, ਜੋ ਵਿਅਕਤੀ ਆਪਣਾ ਕਾਇਲ ਹੋ ਚੁੱਕਾ ਸੀ, ਮਰ ਚੁੱਕਾ ਸੀ, ਉੱਥੋਂ ਯਾਜਕ ਵੀ ਲੰਘਿਆ, ਲੇਵੀ ਵੀ ਲੰਘਿਆ, ਉਸ ਜਗ੍ਹਾ ਤੋਂ ਮਹਾਯਾਜਕ ਵੀ ਲੰਘਿਆ, ਪਰ ਕਿਸੇ ਨੇ ਵੀ ਉਹਦੀ ਹੈਲਪ ਨਹੀਂ ਕੀਤੀ। ਕਿਹਨੇ ਹੈਲਪ ਕੀਤੀ? ਇੱਕ ਸਾਮਰੀ ਨੇ। ਜਿਸ ਸਾਮਰੀ ਨੇ ਹੈਲਪ ਕੀਤੀ ਉਹ ਪਰਮੇਸ਼ਰ ਨੂੰ ਪਾਇਆ। ਕੀ ਅਸੀਂ ਕਿਸੇ ਦੀ ਮਦਦ ਕਰਨ ਨੂੰ ਤਿਆਰ ਹਾਂ? ਕੋਈ ਤੁਹਾਡੇ ਨਾਲ ਆਪਣਾ ਜ਼ਾਹਿਰ ਨਹੀਂ ਕਰੇਗਾ ਕਿ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ, ਪਰ ਕਈ ਵਾਰ ਸਾਨੂੰ ਪਤਾ ਹੁੰਦਾ ਹੈ ਉਸ ਵਿਅਕਤੀ ਨੂੰ ਮਦਦ ਦੀ ਲੋੜ ਹੈ, ਅਸੀਂ ਉਹਦੀ ਮਦਦ ਕਰੀਏ। ਜੇ ਅਸੀਂ ਉਹਦੀ ਇਸ ਤਰ੍ਹਾਂ ਮਦਦ ਕਰਦੇ ਆ ਤਾਂ ਇਹ ਪਰਮੇਸ਼ਰ ਨੂੰ ਪਾਉਂਦਾ। ਪਰਮੇਸ਼ਰ ਤੁਹਾਡੀ ਹੈਲਪ ਕਰਨ ਨੂੰ, ਤੁਹਾਡੀ ਮਦਦ ਕਰਨ ਨੂੰ, ਤੁਹਾਨੂੰ ਆਸ਼ੀਸ਼ ਦੇਣ ਨੂੰ ਤਿਆਰ ਹੈ। ਬਾਈਬਲ ਦੇ ਲਿਖਿਆ, ਮੈਂ ਆਪਣੇ ਕੋਲ ਇਹ ਗੱਲਾਂ ਨਹੀਂ ਕਹਿ ਰਿਹਾ, ਕਿਉਂਕਿ ਇਹ ਬਾਈਬਲ ਦੇ ਅਲੇਖ ਹੈ। ਇਸ ਕਰਕੇ ਪਰਮੇਸ਼ਰ ਦੇ ਦਾਸ ਪੌਲਸ ਰਸੂਲ ਨੇ ਕਿਹਾ, ਇਸ ਲਈ ਅਸਾਂ ਇਹ ਧਾਰਨਾ ਧਾਰੀ ਹੈ ਕਿ ਭਾਵੇਂ ਅਸੀਂ ਦੇਸ਼, ਭਾਵੇਂ ਪਰਦੇਸ਼ ਵਿੱਚ ਹੋਈਏ, ਉਹਨੂੰ ਪਾਉਂਦੇ ਹਾਂ। ਮੇਰਾ ਵਿਸ਼ਾ ਇਹੀ ਸੀ, ਅਸੀਂ ਪਰਮੇਸ਼ਰ ਨੂੰ ਪਾਉਂਦੇ, ਅਸੀਂ ਪਰਮੇਸ਼ਰ ਨੂੰ ਪਾਉਂਦੇ। ਆਓ ਅਸੀਂ ਪ੍ਰਾਰਥਨਾ ਕਰੀਏ, ਆਓ ਅਸੀਂ ਆਪਣੇ ਜੀਵਨ ਨੂੰ ਪਰਮੇਸ਼ਰ ਨੂੰ ਦਈਏ। ਪਰਮੇਸ਼ਰ, ਮੈਂ ਜਿੱਥੇ ਵੀ ਹਾਂ, ਜਿਸ ਵੀ ਹਾਲਾਤ 'ਚ, ਜਿੱਦਾਂ ਤੂੰ ਇਸਤੇਮਾਲ ਕਰਨਾ ਚਾਹੁੰਦਾ ਹੈ, ਜਿੱਦਾਂ ਤੇਰੇ ਵਿੱਚ, ਮੇਰੇ ਜੀਵਨ ਦੇ ਵਿੱਚ ਚਿੱਚ ਆਉਂਦੀ ਹੈ ਕਿ ਮੈਂ ਤੈਨੂੰ ਪਾਵਾਂ, ਉਸ ਤਰ੍ਹਾਂ ਮੈਨੂੰ ਕਰਨ ਦੇ ਲਈ ਮੇਰੀ ਮਦਦ ਕਰ। ਪ੍ਰਭੂ ਆਪ ਨੂੰ ਇਸ ਤਰ੍ਹਾਂ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।